ਜਿੱਥੋਂ ਸੂਰਜ ਉੱਗਦਾ ਹੈ। ਕਹਾਣੀ ਕਿਰਪਾਲ ਕਜ਼ਾਕ। ਚੱਠਿਆਂ ਦੇ ਨਹਿਰੀ ਮੋਗੇ ਕੋਲੋਂ ਪੈਂਦਾ ਪਾਣੀ ਦਾ ਨਿੱਕਾ ਜਿਹਾ ਪਾੜ, ਡੁੱਡੇ ਫੌਜੀ ਦੀ ਅੱਖ ਹੇਠ ਆਉਂਦਿਆਂ ਹੀ ਬਾਰੂਦ ਦੀ ਅੱਗ ਬਣ ਗਿਆ। ਪਟੜੀ ਉਹ ਆਪਣੀ 7 ਕਨਾਲਾਂ ਪੋਇਨ ਤੋਂ ਪਰਤ ਰਿਹਾ ਸੀ। ਝੁਲਸਿਆ, ਕਰਾ ਹੁੰਦਾ ਤੇ ਰਿੱਝਦਾ। ਤਕਾਲੀਨ ਹੀ ਉਹ ਆਪਣੀ ਸੁੱਕ ਗਈ ਜੀਰੀ ਪਾਟਦੀਆਂ ਅੱਖਾਂ ਨਾਲ ਵੇਖ ਕੇ ਪਰਤਿਆ ਸੀ, ਲੱਕੜ ਦੀ ਲੱਤ ਸਣੇ। ਕਹਿਰਾਂ ਦੀ ਔੜ ਕਾਰਨ ਕਿੰਨਾ ਕੁਝ ਸੀ ਜੋ ਉਸ ਦੇ ਮੱਥੇ ਕਿੱਲਾਂ ਵਾਂਗ ਖੁੱਭ ਗਿਆ ਸੀ। ਲਹੂ ਨੁਚੜਨ ਲੱਗਿਆ ਸੀ। ਟਿਪ 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 ਅੱਖਾਂ ਪਰ ਆਈਆਂ, ਪਿੰਡਾ ਮੱਚ ਉੱਠਿਆ। ਕੰਬੂਆਂ ਕੇ ਅਗਵਾਰ ਤੀਕ ਆਉਂਦਿਆਂ ਉਹ ਜਿਵੇਂ ਅੰਨਾ ਬੋਲਾ ਹੋ ਗਿਆ। ਲੱਤ ਦਾ ਲੰਘ ਚੌਣਾ ਹੋ ਗਿਆ। ਫੱਟ ਵਿੱਚ ਪਿਆ ਸਰੀਆ ਚਸਕਣ ਲੱਗਾ, ਤੇ ਉਹਦੀ ਨਰਸਿੰਗੇ ਵਰਗੀ ਆਵਾਜ਼ ਦੰਦਾਂ ਦੀ ਵਿਰਲ ਵਿੱਚੋਂ ਪਾਟਦੀ ਜਿਹੀ ਚਰਨ ਲੱਗੀ। ਮੈਂ ਕਹਿਨਾਂ ਜੁੱਲੀਆਂ ਮਾਰ ਲਈਏ ਕੱਛੇ। ਕੀ ਗੱਲ ਵੀ ਫੌਜੀਆ, ਕਿਹੜੀ ਲਾਮ ਤੋਂ ਹੂੰ ਮੁੜਿਆਨ ਸਵਖਤੇ ਈ। ਮੁੜਨਾ ਪੈਣ ਦੇ ਬੂਹੇ ਤੋਂ ਐ, ਨਾਲੇ ਲਾਮ ਨੂੰ ਕਸਰ ਐ ਕੋਈ। ਕਾਹਦੀ ਲਾਮ ਚਾਚਾ। ਪੱਠਿਆਂ ਦੀ ਭਰੀ ਥੱਲੇ ਸਾਹੋ ਸਾਹ, ਬਾਂਦਰੀ ਵਾਲਿਆਂ ਦਾ ਨੇਕ ਫੌਜੀ ਵੱਲ ਚਾਕਿਆ। ਕੋਈ ਹੋਰ ਵੇਲਾ ਹੁੰਦਾ ਤਾਂ ਮੁੰਡੇ ਦੀ ਏਨੀ ਗੱਲ ਬਦਲੇ ਫੌਜੀ ਦੀਆਂ ਅੱਖਾਂ ਵਿੱਚ ਡੋਰੇ ਉਤਰ ਆਉਂਦੇ ਅਤੇ ਕੋਈ ਚੌਂਦੀ ਜਿਹੀ ਟਿੱਚਰ ਕਰਦਾ, ਪਰ ਤਦ ਉਸਨੇ ਤਿਉੜੀ ਕੱਸ ਲਈ ਤੇ ਤਲਖੀ ਨਾਲ ਬੋਲਿਆ, ਤੈ ਪੁੱਤ ਜੀ ਨੇ ਤੀਵੀਂ ਦੇ ਦਾਬੇ ਨਾਲ ਹੀ ਪੂਛ ਲੱਤਾਂ 'ਚ ਲੈ ਲੈਣੀ ਹੋਵੇ, ਤੈਨੂੰ ਲਾਮ ਨਾਲ ਕੀ, ਅਗਲੇ ਭਾਵੇਂ ਸਾਰੀ ਨਹਿਰ ਹੀ ਖੱਤਿਆਂ 'ਚ ਵੱਢ ਲੈਣ। ਗੱਲ ਸਾਫ਼ ਹੋਈ ਤਾਂ ਚੈਂਚਲ ਸਿਹੁਣ ਨਾਲ ਮੁੰਡਾ ਵੀ ਸੋਚੀ ਪੈ ਗਿਆ। ਲੱਕੜ ਦੀ ਲੱਤ ਸਣੇ ਫੌਜੀ ਦੀ ਕੱਲੀ, ਵਿਸਾਖੀ ਪੱਕੀਆਂ ਗਲੀਆਂ 'ਚ ਖੜਕਣ ਲੱਗੀ। ਕੇਰਾਂ ਫਿਰ ਅੱਖਾਂ ਵਿੱਚੋਂ ਉਵੇਂ ਰਾਤ ਚੋਣ ਲੱਗੀ। ਇੱਕੋ ਸਮੇਂ ਫੌਜੀ ਦੇ ਜ਼ਹਿਨ ਵਿੱਚ ਚੱਠਿਆਂ ਦੀ ਦਹਿਸ਼ਤ, ਅਤੇ ਆਪ ਦੀ ਲੂਸ ਦੀ ਫਸਲ ਲੂਣੇ ਪਛਲਾਉਂਦੇ ਸਨ। ਉਹ ਮਸੀਤ ਲਾਗੇ ਆਇਆ ਤਾਂ ਕਾਰਖਾਨੇ 'ਚ ਧਰਮਾਂ ਤਖਾਣ ਵਿਗੋਚਿਆਂ ਨੂੰ ਫਾਲ ਛਿੰਗ ਲਾਉਂਦਾ ਸੀ। ਪਿੰਡ ਦੀ ਸੌੜੀ ਸ਼ਾਮਲਾਟ ਠੇਕੇ ਤੇ ਚੜ ਜਾਣ ਕਾਰਨ ਜਿਹੜੇ ਦਿਨੀ ਮਾਲ ਡੰਗਰ ਬਾਹਰ ਨਾ ਖੁੱਲਦਾ, ਮੁੰਡੀਰ ਭਾਬੋ ਪੱਤੇ ਲਈ ਕਾਰਖਾਨੇ ਦਾ ਬਾਹਰਲਾ ਥੜਾ ਆਮਲਦੀ। ਪਰ ਮੁੰਡੀਰ ਦੀ ਥਾਵੇਂ ਨੂਪੇ ਰੰਗੜ, ਗੁਰਦੁਆਰੀਏ ਗ੍ਰੰਥੀ ਤੇ ਖੋਦਿਆਂ ਕੇ ਸੂਰਤੀ ਨੂੰ ਹੀ ਪੱਤੇ ਟੁਕਦਿਆਂ ਤੱਕ, ਫੌਜੀ ਚਾਰੇ ਖੁਰ ਗੱਡ ਕੇ ਖੜ ਗਿਆ। ਉਹਨੇ ਵਿਸਾਖੀ ਤੇ ਭਾਰ ਪਾਉਂਦਿਆਂ ਮੱਥਾ ਤਨ ਲਿਆ। ਉਹਦੇ ਪਿੰਡੇ ਦੀ ਲੂਈਨ ਸੂਲਾਂ ਵਾਂਗ ਆਕੜ ਗਈ। ਅਚਾਨਕ ਸਰ ਕੁੱਟ ਦੇ ਰੌਲੇ 'ਚੋਂ ਰੰਗੜ ਪਿੱਟ ਮੁੜੀ। ਕਿੱਦਾਂ ਕੰਧਾਂ ਨਾਲ ਵੱਜਦਾ ਫਿਰਦੈਨ ਫੌਜੀਆ। ਫੌਜੀ ਦਾ ਵੱਜਦੈ ਕੁੱਗੂ, ਵਜਰੋ ਤੁਸੀਂ ਜੀਹਨਾਂ ਨੂੰ ਚਿੱਟੇ ਦਿਨ ਪਾੜ ਲਾਇਆ ਅਗਲਿਆਂ। ਪਾੜ ਦਾ ਫਿਕਰ ਤਾਂ ਤੇਰੇ ਅਰਗੇ ਫੌਜੀਆਂ ਨੂੰ ਹੋਊ ਵੀਰ। ਜੀਹਨਾਂ ਵਰੇ ਛਮਾਹੀ ਕਿਧਰੇ ਵਰਨਾ ਹੁੰਦੈ, ਇੱਥੇ ਤੇ ਪਾਤੰਦਰਾ ਆਣੇ ਨਹੀਂ ਸੌਣ ਦਈਦੇ। ਬਹੁਤਾ ਨਹੀਂ ਕਲਪੀਦਾ ਗੁਰਮੁਖੋ, ਬਾਜਾਂ ਆਲੇ ਤੇ ਸਿੱਟਿਆ ਕਰੋ ਸਭ ਕੁਝ ਬਾਣੀ 'ਚ ਆਉਂਦਾ ਆ ਕੇ। ਗ੍ਰੰਥੀ ਸਵੇਰ ਤੋਂ ਹੀ ਸਰਾਂ 'ਚ ਜੇਤੂ ਸੀ। ਪਰ ਫੌਜੀ ਨੂੰ ਸੱਤੀ ਕੱਪੜੀ ਨਾ ਅੱਗ ਲੱਗ ਗਈ। 3 ਵੇਲੇ ਗਜਾ ਥਨ ਲੈਣ ਨੂੰ ਕਰਦੈ। ਤੇ ਆਹ ਤਾਸ਼ ਵੀ ਬਾਜਾਂ ਆਲਾ ਹੀ ਕੁੱਟਣ ਨੂੰ ਕਹਿੰਦਾ ਹੋਊ। ਮੈਂ ਆਹਨਾ ਤੇਰੇ ਅਰਗਿਆਂ ਨੂੰ ਤੇ ਬੋਰੀ 'ਚ ਬੰਨ ਕੇ ਕੁੱਟੇ, ਸਮਝਿਆ। ਬੜਾ ਬੇਰੀ ਦੇ ਛਾਪੇ ਆਂਗੂਨ ਫਸਦੈਨ ਫੌਜੀਆ, ਕਿਤੇ ਰੰਮ ਦਾ ਪੈਗ ਸਾਡੇ ਉੱਤੇ ਤਾਂ ਨਹੀਂ ਖੇੜੂ। ਰੰਮ ਤਾਂ ਚੱਠੇ ਹੀ ਪਿਆਈ ਜਾਂਦੇ ਐ ਪਿੰਡ ਨੂੰ, ਪਰ ਕੋਈ ਨਾ, ਮੇਰੀ ਤਾਂ ਚੁੱਗੇ 'ਚੋਂ 7 ਕਨਾਲੀ ਐ ਸੇਕ ਤਾਂ ਥੋਡੇ ਅਰਗੇ 10 ਕਿੱਲਿਆਂ ਆਲਿਆਂ ਨੂੰ ਲੱਗੂ, ਜਦੋਂ ਤਕਾਵੀਆਂ ਵੇਲੇ ਚਰੀਆਂ 'ਚ ਲੁਕੇ। ਫੌਜੀ ਮੂੰਹ ਫੱਟ ਸੀ। ਚਿੱਥ ਕੇ ਗੱਲ ਕਰਦਾ। ਲੋਕ ਜਾਣਦੇ ਸਨ। ਲੋਕ ਤਾਂ ਇਹ ਵੀ ਜਾਣਦੇ, ਉਹ ਜੰਗ ਵਿੱਚ ਲੱਤ ਨੂੰ ਬੱਝ ਲੁਆ ਬੈਠਾ ਸੀ। ਪਿਨਸ਼ਨੀਆ ਸੀ, ਪਰ ਕੁਝ ਕਰ ਦਿਖਾਉਣ ਦੀ ਟੀਸ ਨਾਲ ਤੁਖਦਾ ਮੱਥਾ ਲਈ ਉਹ ਹਰ ਜਾਬਰ ਸਿਰ ਲਈ ਅੱਖ ਦਾ ਕੱਖ ਬਣਿਆ ਰਹਿੰਦਾ। ਧੁਰ ਅੰਦਰੋਂ ਕਿਧਰੇ ਸੁੱਚਾ ਹੋਣ ਕਾਰਨ ਲੋਕ ਉਸ ਦਾ ਸਤਿਕਾਰ ਕਰਦੇ। ਬੱਜਾ ਰਿੱਤਾ ਹੋਣ ਕਾਰਨ ਲੋਕ ਉਹਦੀਆਂ ਕੌੜੀਆਂ ਕਸੈਲੀਆਂ ਵੀ ਜਰ ਜਾਂਦੇ। ਸਿਆਣੀ ਅੱਖ ਨੂੰ ਉਹ ਪਹਿਲੀ ਨਜ਼ਰੇ ਤੂਤ ਦੀ ਛਟੀ ਥਾਵੇਂ ਗੁਲਾਬਾਸੀ ਦੀ ਟਾਹਣੀ ਵਰਗਾ ਜਾਪਦਾ। ਜੀ ਨੂੰ ਲਿਫਣ ਦੀ ਥਾਂ ਟੁੱਟ ਜਾਣਾ ਵਧੇਰੇ ਪ੍ਰਵਾਨ ਸੀ। ਤਾਸ਼ ਵਾਲੀ ਤਿੱਕੜੀ ਨੂੰ ਇਹ ਪਤਾ ਲੱਗਣ ਤੇ ਕਿ ਕਹਿਰਾਂ ਦੀ ਔੜ ਵਿੱਚ ਚੱਠਿਆਂ ਨਹਿਰ ਨੂੰ ਹੀ ਪਾੜ ਲਾ ਲਿਆ ਸੀ, ਤਾਸ਼ ਉਹਨਾਂ ਦੇ ਹੱਥੋਂ ਖਿੰਡ ਗਈ। ਸੱਤ ਕਰਤਾਰ। ਗ੍ਰੰਥੀ ਆਪੂ ਦੰਗ ਰਹਿ ਗਿਆ। ਉਹਨੂੰ ਫੌਜੀ ਦੀ ਵਾਦੀ ਕਾਟੀ ਮੂਲੋਂ ਵਿਸਰ ਗਈ। ਪਿਛਲੀ ਸੰਗਰਾਂਦ ਗੁਰਦੁਆਰੇ ਬਹਿ ਕੇ ਹੀ ਤਾਂ ਲੋਕਾਂ ਟੁੱਕਿਆ ਸੀ, ਐਤਕੀਨ ਜੀਰੀ ਵੇਲੇ ਕੋਈ ਨਹਿਰ ਵਿੱਚ ਚੋਰੀ ਪਾਈਪ ਨਾ ਲਾਵੇ। ਇੱਕ ਤਾਂ ਛੇਕੜ ਤੇ ਪਿੰਡ ਹੋਣ ਕਾਰਨ ਪਹਿਲਾਂ ਹੀ ਮਰ ਕੇ ਪਾਣੀ ਅੱਪੜਦਾ ਸੀ, ਫੜੇ ਜਾਣ ਤੇ ਖੁਨਾਮੀ ਵਖ ਹੰਦੀ ਸੀ। ਦੂਜੇ ਆਪੋ ਤਾਪੀ 'ਚ ਤਗੜੇ ਖੱਟ ਜਾਂਦੇ, ਮਾੜੇ ਵਾਰੀ ਤੋਂ ਰਹਿ ਜਾਂਦੇ। ਪਰ ਗੁਰਦੁਆਰੇ ਵੜਨ ਮਗਰੋਂ ਚੱਠੇ ਪਾੜ ਹੀ ਲਾ ਲੈਣਗੇ, ਇਹਦਾ ਤਾਂ ਪਿੰਡ ਨੂੰ ਸੁਪਨਾ ਵੀ ਨਹੀਂ ਸੀ। ਪਿਛਲੇ ਦਿਨੀ ਜਿੰਨੀਆਂ ਮੀਂਹ ਨੇ ਕਣਕਾਂ ਪੇਵੀਆਂ ਸਨ, ਉਨ੍ਹਾਂ ਹੀ ਚੁਫੇਰੇ ਕੁਝ ਤੜਪ ਰਿਹਾ ਸੀ। ਪਾਣੀ ਦੀ ਤਿਪ ਲਈ। ਪਹਿਰਾਂ ਦੇ ਪਹਿਰ ਬਿਜਲੀ ਆਉਂਦੀ ਸੀ, ਪਰ ਲੱਗਦਾ, ਅੱਖ ਚਮਕਣ ਵਾਂਗ ਆਉਂਦੀ ਸੀ। ਥੋੜੀ ਬਹੁਤ ਉੱਤੇ ਹੇਠ ਨਾਲ ਤੇਲ ਵੀ ਮਿਲ ਜਾਂਦਾ, ਪਰ ਲੱਗਦਾ, ਇੰਜਨਾਂ ਵਿੱਚ ਮਾੜੇ ਜੱਟਾਂ ਦਾ ਲਹੂ ਬਲ ਰਿਹਾ ਸੀ। ਤੁਕ ਤੁਕ ਤੁਕ। ਖਬਰੇ ਕਿੰਨੇ ਦਿਨਾਂ ਤੋਂ ਨਹਿਰ ਦਾ ਪਾੜ ਚੱਠਿਆਂ ਦੀ ਪੈਲੀ ਵਿੱਚ ਪੈ ਰਿਹਾ ਸੀ। ਲੋਕਾਂ ਤੜਪ ਕੇ ਸੋਚਿਆ, ਨਿੱਕਾ ਜਿਹਾ ਪਾੜ ਜਿਹੜਾ ਟਿੱਖਰ ਅਤੇ ਕਾਫੂਸ ਨਾਲ ਲਕੋਇਆ ਗਿਆ ਸੀ, ਡੁੱਡੇ ਫੌਜੀ ਦੇ ਜਣੇ ਖਣੇ ਦੀਆਂ ਅੱਖਾਂ 'ਚ ਝਾਕਣ ਤੇ ਫੈਲਦਾ ਹੀ ਚਲਾ ਗਿਆ ਸੀ। ਪਿੰਡ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੀਕ।
ਇੱਕ ਕੜੀ ਚੱਠਿਆਂ ਤੋਂ ਮੂਰਲੀਆਂ ਪੈਲੀਆਂ ਵਾਲਿਆਂ ਨੂੰ ਜਾਪਿਆ ਜਿਵੇਂ ਉਹਨਾਂ ਦੀਆਂ ਆਪਣੀਆਂ ਪੈਲੀਆਂ ਵਿੱਚੋਂ ਪਾਣੀ ਨਿਕਲ ਚੱਠਿਆਂ ਦੇ ਖੇਤਾਂ ਵਿੱਚ ਪੈ ਰਿਹਾ ਹੋਵੇ। ਤੋਬਾ, ਤੋਬਾ, ਪਾਣੀ ਦੀ ਤਿਪ ਲਈ ਤਾਂ ਸਿਰ ਲੈਣ ਦੇ ਆਏ ਸਨ। ਸਾਰਾ ਪਿੰਡ ਜਾਣਦਾ ਸੀ ਕਿ ਚੱਠੇ ਹਮੇਸ਼ਾ ਪਿੰਡ ਤੋਂ ਉਲਟ ਆਪਣੇ ਹਿੱਤ ਦਾ ਪਾਣੀ ਤਰੇ ਸਨ। ਸਰਪੰਚੀ ਤੋਂ ਲੈ ਕੇ ਗੁਰਦੁਆਰੇ ਦੇ ਦੜੇ ਦੀਵਾਨ ਤੱਕ। ਖਬਰੇ ਇਸ ਲਈ ਕਿ ਚੱਠੇ ਦੇ ਤਿੰਨੇ ਪੁੱਤ ਅਫਸਰ ਸਨ। ਆਨੀ ਦੌਲਤ, ਖੁੱਲੀ ਪੈਲੀ, ਮਿਲਣ ਆਏ ਆਵਾਜ਼ ਮਾਰ ਕੇ ਆਉਂਦੇ, ਨਿਊਨ ਕੇ ਲੰਘਦੇ। ਪਰ ਫੌਜੀ ਦੇ ਚੀਕਵੇਂ ਬੋਲ, ਪਿੰਡ ਦੀਆਂ ਗਲੀਆਂ ਵਿੱਚ ਰੋਹ ਵਾਂਗ ਤਨ ਗਏ। ਛੜਿਆਂ ਦੀ ਹੱਟੀ ਲਾਗੇ, ਜਿੱਥੇ ਸ਼ਹਿਰੋਂ ਆਏ ਤਾਂਗੇ ਖੜਦੇ, ਥੜੇ ਦੁਆਲੇ ਗੱਲਾਂ ਤੁਖਣ ਲੱਗੀਆਂ। ਕਹਿੰਦੇ ਫੌਜੀ ਥਾਣਾ ਲੈਣ ਗਿਆ। ਲੈ ਠਾਣਾ ਨਾ ਕਿਤੇ, ਪਿਛਲੇ ਵਰੇ ਨੀ ਲਿਆ ਸੁਆਦ ਫੌਜੀ ਨੇ, ਜਦੋਂ ਚੱਠਿਆਂ ਕੇ ਨਰਮੇ 'ਚ ਦਵਾਈ ਛਿੜਕਦਾ ਸਿਰੀ ਫਟਕ ਮੋਇਆ ਸੀ। ਪੁਲਿਸ ਦੇ ਸਾਹਮਣੇ ਹੀ ਫੂਕਤਾ ਅਗਲਿਆਂ। ਕਹਿੰਦੇ ਇਹਨੂੰ ਤਾਂ ਮਿਰਗੀ ਪੈਂਦੀ ਸੀ। ਉਦੋਂ ਵੀ ਫੌਜੀ ਦੀ ਸ਼ਹਿਦ ਤੇ ਉਦੋਂ ਛੋਟਾ ਬਿਰਕਿਆ ਸੀ। ਅਗਲਿਆਂ ਸਰੀਨ ਲੱਥ ਭੰਨ ਕੇ ਦਾਣਿਆਂ ਦਾ ਮਗਰਾ ਨਾਲ ਲਾ ਦਿੱਤਾ ਸੀ। ਫੌਜੀ ਅਰਗੇ ਤੇ ਬਾਦਸ਼ਾਹੋ ਇਹੋ ਜਿਹਾਂ ਦੇ ਢਿੱਡ 'ਚ ਖੇਡਦੇ ਐ। ਤੁਸੀਂ ਪਰੇ ਇਕੱਠੀ ਕਰੋ ਯਾਰ, ਕੋਈ ਗੱਲ ਐ ਏ। ਲੋਕ ਜੁੜਨ ਲੱਗੇ। ਵਿੱਚੋਂ ਗੱਲ ਕੀ ਐ? ਬਹੁਤੇ ਬਿੜਕਾਨ ਲੈਣ ਲੱਗੇ। ਇਹਨੂੰ ਗੱਲ ਦੱਸੋ ਬਈ। ਇਹ ਉਹਨਾਂ ਚੋਂ ਜਿਹੜੇ ਸਾਰੀ ਰਾਤ ਰਮੈਣ ਪੜਦੇ ਰਹੇ ਸੀ। ਹਮੇਸ਼ਾ ਵਾਂਗ ਲੋਕ, ਰੋਹ, ਰੀਸ, ਤੇ ਹਾਸੇ ਠੱਠੇ ਬਦਲੇ ਇਕੱਠੇ ਹੋ ਰਹੇ ਸਨ। ਤਦੇ ਫੌਜੀ 3-4 ਗਬਰੀਟਾਂ ਨਾਲ ਥੜੇ ਤੇ ਆ ਬੈਠਾ। ਪੱਕੀਆਂ ਗਲੀਆਂ 'ਚ ਉਹਦੀ ਇਕੱਲੀ ਵਿਸਾਖੀ ਡਮਰੂ ਵਾਂਗ ਖੜਕਦੀ ਸੀ। ਲੋਕ ਤਾਹ ਕੇ ਜੁੜ ਗਏ। ਸਾਹਾਂ 'ਚ ਵਿਸ ਘੁਲਣ ਲੱਗੀ। ਬਈ ਲੋਕੋ ਮੈਂ ਪੁੱਛਦਾ ਐਂ ਹੋਊ ਫੇ। ਫੌਜੀ ਅੰਦਰੋਂ ਸਰਪੰਚਾਂ ਕੇ ਲਾਣੇ ਤੇ ਵਰਿਆ। ਲੋਕ ਹੈਰਾਨ ਜਿਹਾ ਚਾਕੇ। ਓਏ ਇਹਨਾਂ ਲੀਡਰਾਂ ਤੋਂ ਕੀ ਛੱਕੂ ਭਾਲਦੇ ਓ, ਤੁਸੀਂ ਗੱਲ ਕਰੋ ਜਿਹੜਾ ਪਿੰਡ ਦੇ ਅੱਖੀਂ ਕੱਟਾ ਪਾਇਆ। ਸਾਹ ਮਿਰਚਾਂ ਵਾਂਗ ਲੜਨ ਲੱਗੇ। ਤਦੇ ਭੀਮ ਬਲੈਕੀਆ, ਚੰਦ 10 ਨੰਬਰੀਆ ਤੇ ਹੁਕਮਾ ਦਲਾਲ ਇਕੱਠ ਲਾਗੇ ਆ ਖੜੇ। ਬੜਾ ਜਲਸਾ ਕੀਤਾ ਬਈ, ਸੁੱਖ ਤਾਂ ਹੈ। ਲਿਸ਼ ਕਰਦੇ ਲੀੜਿਆਂ ਨਾਲ ਉਹ ਤਿੰਨੇ ਓਪਰੇ ਜਿਹੇ ਲੱਗਦੇ ਸਨ। ਸੁੱਖ ਕੱਟੇ ਦੀ ਐ, ਪਈ ਅੱਗੇ ਨਹਿਰ ਵਿੱਚ ਪਾਈਪ ਲਾਉਂਦੇ ਸੀ ਤਗੜੇ ਕਰ। ਐਤਕੀ ਪਿੰਡ ਗੁਰਦੁਆਰੇ ਵੜਿਆ ਬਈ ਕੋਈ ਮਾੜਿਆਂ ਨਾਲ ਧੱਕਾ ਨਾ ਕਰੇ। ਅਖੇ ਨੰਨਾ ਹੱਕਿਆਂ ਨੂੰ ਧੁਆਨ ਪੈਂਦਾ ਐ। ਹੁਣ ਕਹਿੰਦੇ ਚੱਠਿਆਂ ਪਾੜੀ ਲਾ ਰੱਖਿਆ। ਮੰਨ ਲੋ ਕੱਲ ਨੂੰ ਧੁਆਨ ਪੈ ਜੇ, ਮਾੜੇ ਤਾਂ ਮੰਗੇ ਗਏ ਪੁੰਨ ਦੇ। ਪਾੜ ਕਿਸੇ ਦੇਖਿਆ ਵੀ ਐ ਕਿ ਪੁੰਨੇ ਤਿੱਤਰ ਹੀ ਉੱਡਦੇ ਐ। ਚੰਦੂ 10 ਨੰਬਰੀਏ ਕਿਹਾ। ਚੱਠਿਆਂ ਤੇ ਹੋਏ ਕਿਸੇ ਵਾਰ ਬਦਲੇ ਉਹ ਟਾਲ ਬਣ ਜਾਣਾ ਚਾਹੁੰਦਾ ਸੀ। ਮੈਂ ਦੇਖਿਆ, ਮੈਂ। ਫੌਜੀ ਦੀ ਲੱਕੜ ਦੀ ਲੱਤ ਕੰਬਣ ਲੱਗੀ। ਵਿਸਾਖੀ ਕੱਛ ਹੇਠ ਤਨ ਗਈ ਅਤੇ ਸੁੰਗੜੀਆਂ ਅੱਖਾਂ ਵਿੱਚ ਪੀੜ ਦੀ ਥਾਵੇਂ, ਆਪਣੀ ਸੁੱਕੀ ਫਸਲ ਤੀਲਾ ਕਰਕੇ ਫੈਲ ਗਈ। ਫੌਜੀ ਦੇ ਜਬਹੇ ਮੂਰੇ ਇੱਕ ਪਲ ਬਲੈਕੀਆ ਚੇਂਪ ਗਿਆ। ਉਹ ਹੈਰਾਨ ਰਹਿ ਗਿਆ, ਲੋਕ ਉਹਨਾਂ ਦੇ ਸਾਹਮਣੇ ਹੀ ਚੱਠਿਆਂ ਦੇ ਮੂੰਹ ਉੱਤੇ ਥੁੱਕ ਰਹੇ ਸਨ। ਜਾਣਨ ਤੇ ਵੀ ਕਿ ਚੱਠੇ ਉਹਨਾਂ ਦੀ ਸੱਜਰੀ ਬਾਂਹ ਸਨ। ਉਹਨਾਂ ਗੁੱਸੇ ਨਾਲ ਫੌਜੀ ਵੱਲ ਹੋਰੂ ਚਾਕਿਆ। ਕਿੱਡਾ ਕੁ ਸੀ ਮੋਗਾ, ਕੁੰਡੀਆਂ ਮੁੱਛਾਂ ਅਤੇ ਖਚਰੇ ਹਾਸੇ ਵਿੱਚੋਂ ਹੁਕਮੇ ਦਲਾਲ ਕਿਹਾ। ਭਾਵੇਂ ਏਡਾ ਹੋਵੇ, ਉਂਗਲ ਅਤੇ ਅੰਗੂਠੇ ਨੂੰ ਜੋੜਦਿਆਂ ਫੌਜੀ ਚਾਂਦੀ ਦੇ ਰੁਪਈਏ ਜਿਹੜਾ ਸੁਰਾਖ ਬਣਾਇਆ ਤਾਂ ਅਚਾਨਕ ਗਜ਼ਬ ਵਾਪਰ ਗਿਆ। ਇਸੇ ਸੁਰਾਖ ਵਿੱਚੋਂ ਜਿਵੇਂ ਲੋਕਾਂ ਦੇ ਰੋਹ ਉੱਪਰ ਗੜ੍ਹੇ ਵਰ ਗਏ। ਫੌਜੀ ਆਪੂ ਠਰ ਗਿਆ। ਆਪਣੇ ਹੀ ਮੂੰਹੋਂ ਕਿਰੇ ਬੋਲ, ਉਹਦੀ ਛਾਤੀ ਵਿੱਚ ਚਾਕੂ ਵਾਂਗ ਉਤਰ ਗਏ। ਓਏ ਪਾਤੰਦਰਾ, ਏਡੇ ਮੋਰੇ ਤੇ ਪੀਰ ਪੈਗੰਬਰਾਂ ਤੋਂ ਨਾ ਬੰਦ ਹੋਏ ਆਪਾਂ ਕੀਹਦੇ ਪਾਣੀ ਹਾਰਾਂ। ਅਚਾਨਕ ਹੀ ਸਾਰਾ ਤਣਾਉ, ਪਾਣੀ ਵਾਂਗ ਵਹੇ ਤੁਰਿਆ, ਛਲਕ, ਛਲਕ, ਛਲਕ। ਪਛਤਾਵੇ ਨਾਲ ਫੌਜੀ ਦੀ ਦੇਹ ਵਿੱਚੋਂ ਆਰੀਆਂ ਲੰਘਣ ਲੱਗੀਆਂ। ਕੁਛ ਲਹੂ ਮੋਰਾ ਗੋਲ ਸੀ ਕਿ ਚੀਤ ਅਰਗਾ। ਮੁੰਡੀਰ ਲਾਚੜ ਗਈ। ਭਾਂਤੋਂ ਭਾਂਤ ਗੱਲਾਂ ਦਾ ਸ਼ੋਰ ਇੱਕ ਆਰਗੀ ਹੀ ਫੈਲ ਗਿਆ। ਨੀਰੀ ਗੁੰਜਾਰ, ਇੱਕ ਪਲ ਕੁਝ ਵੀ ਸਪਸ਼ਟ ਨਹੀਂ ਸੀ ਸੁਣ ਰਿਹਾ। ਜਿਵੇਂ ਸੈਂ ਪੀਪੇ ਇਕੱਠੇ ਹੀ ਖੜਕ ਉੱਠੇ ਹੋਣ, ਫੌਜੀ ਦੀਆਂ ਅੱਖਾਂ ਵਿੱਚ ਲਟਕਦਾ ਕੁਝ ਛਾਤੀ 'ਚ ਖੁੱਭਣ ਲੱਗਾ। ਪੀੜ ਹੀ ਪੀੜ, ਉਫ। ਫੌਜੀ ਕਹਦੈ, ਲੰਡਾ ਚਿੜੈ ਇਹਨੇ ਤਾਂ ਚੀਤ ਵੀ ਸਿਸਤ ਬਣ ਕੇ ਦੇਖੀ ਹੋਊ। ਮੈਂ ਕਹਿਨਾਨ ਵੜੇਵੇਂ ਅਰਗਾ ਸੀ ਮੋਗਾ ਗੱਲ ਕਰੋ ਕੀਨੇ ਲੈਣੇ ਐ ਡੁਕੇ। ਅਚਾਨਕ ਬੈਠਾ ਫੌਜੀ, ਸ਼ੇਰ ਜਿਹੀ ਪਬਕ ਨਾਲ ਉੱਠ ਖੜਾ ਹੋਇਆ। ਗਬਰੀਟ ਵਿਸਕੋਲਣ ਲੱਗੇ। ਫੌਜੀ ਦੀਆਂ ਅੱਖਾਂ ਵਿੱਚੋਂ ਫਿਰ ਰਾਤ ਚੋਣ ਲੱਗੀ। ਠੱਠਾ, ਇੱਕ ਕੜੀ ਵੇਹੂ ਵਰਗਾ ਜਾਪਣ ਲੱਗਾ। ਚੁੱਪ ਤਨ ਗਈ। ਸਹੁਰਿਓ, ਬੰਦਿਆਂ ਆਲੀ ਗੱਲ ਕਰੋ ਕੋਈ। ਬੰਦਾ ਵੇਲਾ ਤਾਂ ਦੇਖੇ। ਕੋਈ ਦਾਨਾ ਬਜ਼ੁਰਗ, ਥਿੜਕਦਾ ਜਿਹਾ ਕਲਪਿਆ। ਚੱਲ ਤੂੰ ਹੀ ਕਰ ਕੋਈ ਗੁਰੂ ਘਰ ਦੀ। ਪਿੰਡ ਨਹਿਰ ਆਲਿਆਂ ਕੋਲ ਸ਼ਿਕਾਇਤ ਨਹੀਂ ਕਰ ਸਕਦਾ। ਕਿਸੇ ਪਾੜੇ ਨੇ ਕਿਹਾ। ਕਰ ਕਿਉਂ ਨਹੀਂ ਸਕਦਾ? ਫੌਜੀ ਉਵੇਂ ਹੀ ਤਣਿਆ ਖੜਾ ਸੀ। ਪਰ ਫਾਇਦਾ ਕੀ ਥੋੜੇ ਭਾਣੇ ਨਹਿਰ ਵਾਲਿਆਂ ਨੂੰ ਕੋਈ ਪੁੱਲ ਐ, ਇਹ ਤਾਂ ਮੁੱਲ ਦੀ ਖੀਰ ਐ, ਤੁਸੀਂ ਗੱਫਾ ਦਿਓ, ਤੁਸੀਂ ਕਰ ਲਓ ਮੋਗੇ, ਭੀਮ ਬਲੈਕੀਆ, ਜਿਵੇਂ ਪੁੰਗਰ ਦੀ ਫਸਲ ਉੱਪਰ ਮਾਰੂ ਪਲ ਵਾਂਗ ਫੈਲ ਗਿਆ। ਫੌਜੀ ਨੂੰ ਅੰਦਰ ਤੱਕ ਸੁੱਝ ਗਈ। ਆਖਰ ਇਹ ਢਾਣੀ ਬਿਨ ਬੁਲਾਇਆਂ ਕਾਹਤੋਂ ਆਈ ਸੀ? ਇਹ ਤਾਂ ਸਭ ਨੂੰ ਪਤੈ ਬਈ ਮੁੱਲ ਦੀ ਖੀਰ ਐ, ਮਾੜੇ ਕਿੱਧਰ ਜਾਣ ਫੇ। ਅੱਗੇ ਕਿੱਧਰ ਜਾਂਦੇ ਐ? ਚੰਦ 10 ਨੰਬਰੀਏ ਮੋੜਾ ਦਿੱਤਾ। ਉਹ ਫੌਜੀ ਵੱਲ ਕਹਿਰਾ ਚਾਕਦਾ ਸੀ।
ਮਨ ਹੀ ਮਨ ਉਹ ਲੋਕਾਂ ਤੇ ਹਿਰਖ ਨਾਲ ਭਰ ਗਿਆ, ਜਿਹੜੇ ਖਾਹ ਮੰਮਾ ਖਾਹ ਫੌਜੀ ਦੇ ਮਗਰ ਲੱਗ ਤੁਰਦੇ ਸਨ। ਪਰ ਸਾਡਾ ਤਾਂ ਫਰਜ਼ ਬਣਦਾ ਹੈ, ਹੁੰਦੀ ਚੋਰੀ ਦੀ ਖਬਰ ਕਰੀਏ। ਫੌਜੀ ਨੇ ਤਿਲਕ ਦੀ ਬਾਜ਼ੀ ਤਰਾਨ ਨਾਲ ਬੋਚੀ। ਕਿਹੜੀ ਚੋਰੀ? ਐਤਕੀ ਪਿੰਡ ਵਿੱਚ 20 ਘਰਾਂ ਕੁੰਡੀਆਂ ਲਾ ਲਾ ਕਣਕਾਂ ਕੱਢਿਆਂ, ਅੱਧਾ ਪਿੰਡ ਨਹਿਰ ਤੋਂ ਚੋਰੀ ਬਾਲਣ ਬਾਲਦਾ, ਉਦੋਂ ਨਹੀਂ ਬਿਰਕਦਾ ਕੋਈ, ਨਿੱਕੀ ਜਿਹੀ ਗੱਲ ਨਾਲ ਚੱਠੇ ਹੀ ਸ਼ਰੀਕ ਬਣ ਗਏ ਤੁਹਾਡੇ। ਦੱਸੋ ਝੂਠ ਹੈ ਕੋਈ? ਬਲੈਕੀਏ ਭਰੀ ਪਰੇ ਵਿੱਚ ਚੱਠਿਆਂ ਨਾਲ ਯਾਰੀ ਦਾ ਮੁੱਲ ਪਾਇਆ। ਗੱਲ ਕਿਹੜੀ ਲਈ ਆਏ ਸੀ, ਲੈ ਕਿਧਰ ਵੜੇ? ਮੈਂ ਆਹਨਾ ਅਰਜ਼ੀ ਲਿਖ ਕੇ ਦਫ਼ਤਰੇ ਦੇ ਦਿਓ ਤੁਸੀਂ, ਚਲੋ ਫੌਜੀ ਦੀ ਮੰਨ ਲਓ। ਕਿਸੇ ਗੱਲ ਮੁਕਾਈ। ਉਹ ਤਾਂ ਦੁਸ਼ਮਣੀ ਪਾਉਣ ਵਾਲੀ ਗੱਲ ਹੀ ਹੈ। ਬਣਨਾ ਬਣਾਉਣਾ ਤਾਂ ਹੈ ਕੁਛ ਨਹੀਂ। ਮੂਰੇ ਵੀ ਚੱਠੇ ਨੇ, ਪੁਲਿਸ ਤਾਂ ਮਹਾਰਾਜ ਇਹੋ ਜਿਹਾਂ ਤੋਂ ਪੁੱਛ ਕੇ ਮੂਤਦੀ ਹੈ। ਫੌਜੀ ਨੇ ਉਖੜ ਕੇ ਭੀੜ ਵੱਲ ਚਾਕਿਆ। ਕੋਈ ਧੀਮੇ ਜਿਹੇ ਬੋਲਾਂ ਨਾਲ ਯਰਕ ਰਿਹਾ ਸੀ। ਭੀਮਾ, ਹੁਕਮਾ ਅਤੇ ਚੰਦੂ, ਜਿਵੇਂ ਸਾਰੇ ਇਕੱਠ ਵਿਚਾਲੇ ਹੀ ਫੈਲਣ ਲੱਗੇ। ਕੁਝ ਮਨ ਹੀ ਮਨ ਪਛਤਾਉਣ ਲੱਗੇ, ਕਾਹਨੂੰ ਉਹ ਵਿਰੋਧੀ ਧਿਰ ਦੀ ਅੱਖ ਵਿੱਚ ਆਏ ਸਨ। ਆਖਰ ਤਕੜਿਆਂ ਦਾ ਸੱਥੀ ਵੀ ਹੀ 100 ਸੀ। ਪਰ ਸਭ ਕਾਸੇ ਦੇ ਬਾਵਜੂਦ ਗਬਰੀਟ ਅਰਜ਼ੀ ਲਿਖਣ ਲੱਗੇ। ਨਿਸ਼ੰਗ ਮੇਰੇ ਕੱਲੇ ਵੱਲੋਂ ਲਿਖੋ ਤੁਸੀਂ। ਫੌਜੀ ਸਿੱਧਾ ਤਨ ਗਿਆ। ਤਲਖੀ ਸੂਈਆਂ ਵਾਂਗ ਚੁਭਣ ਲੱਗੀ। ਸਾਹ ਸੇਕ ਨਾਲ ਭਰ ਗਏ। ਲੋਕੀ ਇੱਕੋ ਨਜ਼ਰੇ ਫੌਜੀ, ਉਹਦੀ ਵਿਸਾਖੀ, ਤੇ ਤਣਿਆ ਮੂੰਹ ਵੱਲ ਚਾਕਣ ਲੱਗੇ। ਕੱਲੇ ਬੰਦੇ ਦੀ ਅਰਜ਼ੀ ਦੀ ਗੱਲ ਨਹੀਂ ਬਣਨੀ। ਗੱਭਰੂਆਂ ਰੱਖ ਵਿਖਾਈ। ਮੈਂ ਤਾਂ ਕਹਿਨਾਨ, ਜਿਹਦੇ ਵਿੱਚ ਬੰਦੇ ਦਾ ਕਣ ਐ ਨਿਤਰੇ ਰੰਚ। ਫੌਜੀ ਜਿਵੇਂ ਸੂਰਮੇ ਅਤੇ ਗੀਦੀ ਵਿੱਚ ਲੀਕ ਖਿੱਚ ਦਿੱਤੀ। ਸ਼ੋਰ ਛਟਣ ਲੱਗਾ, ਚੁੱਪ ਫੈਲਣ ਲੱਗੀ, ਲੋਕ ਇੱਕ ਦੂਜੇ ਵੱਲ ਝਾਕਣ ਲੱਗੇ। ਤਦੇ ਪਾਸਿਓਂ ਮਜ਼ਹਬੀਆਨ ਕਾ ਗਾਮਾ ਤੇ ਮੁਨਸ਼ੀ ਰਵਦਾਸੀਆ ਆ ਰਹੇ। ਬੈਠ ਰਹੀ ਸੰਗਤ, ਉਹਨਾਂ ਆ ਫਤਿਹ ਗਜਾਈ। ਗਾਮਾ ਨਿਹੰਗਾਂ ਦੇ ਬਾਣੇ ਵਿੱਚ ਸੀ। ਉਂਝ ਉਹ ਦਿਹਾੜੀ ਦੱਪਾ ਕਰਦਾ ਪਰ ਬਾਹਰ ਅੰਦਰ ਗਿਆ, ਗੁਰੂ ਕੀ ਲਾਡਲੀ ਫੌਜ ਬਣ ਕੇ ਨਿਕਲਦਾ। ਲੰਮਾ ਚੋਲਾ, ਉੱਚੀ ਦਸਤਾਰ, ਗਾਤਰੇ 'ਚ 3 ਫੁੱਟੀ ਸ਼ਮਸ਼ੀਰ, ਲੱਕ ਪੀਲੇ ਦੁਪੱਟੇ ਦੀ ਕਸਵੀਨ ਬੰਦੀ। ਆ ਜਾ, ਤੂੰ ਵੀ ਲੈ ਲੈ ਦੇਗ। ਬਸ ਦੇਗ ਆਲਾ ਹੀ ਅਰਦਾਸਾ ਕਰਕੇ ਮੁੜਿਆ। ਥੜ੍ਹੇ ਤੇ ਬੈਠਦਿਆਂ ਗਾਮੇ 3 ਫੁੱਟੀ ਕੱਚ 'ਚ ਸੂਤ ਲਈ। ਉਹ ਥੱਕ ਕੇ ਆਇਆ ਲੱਗਦਾ ਸੀ। ਕਿਵੇਂ? ਉਹਨਾਂ ਦੀ ਪਤਨੀ ਚੋਂ ਕਿਸੇ ਕਿਹਾ। ਤੂੰ ਜਾਣਨੈ ਮਾਸੜਾ, ਆਈ ਵਡਾਈ ਤਾਂ ਲੋਕ ਬਿਹਾਰੀਆਂ ਤੋਂ ਕਰਵਾਉਣ ਲੱਗ ਗਏ। ਆਖਰ ਪ੍ਰਸ਼ਾਦ ਪਾਣੀ ਦਾ ਢਾਹ ਤਾਂ ਕਰਨਾ ਹੀ ਹੋਇਆ। ਅੱਛਾ ਹੁਣ ਇਹ ਵੀ ਡਨ ਹੈ। ਤੂੰ 10 ਬਿਹਾਰੀਆਂ ਕੋਲੋਂ ਨਾ ਕਰਵਾਈਏ ਤਾਂ ਹੋਰ ਤੇਰੇ ਅਰਗਿਆਨ ਦੇ ਤਲੇ ਚੱਟਦੇ ਫਿਰੀਏ। ਮਿਹਨਤੀਆਂ ਤੋਂ ਸਤੇ ਕਿਸੇ ਆਪਣੀ ਛੋਹ ਲਈ। ਉਹ ਪਾਉਏ ਤਾਂ ਬਿਹਾਰੀਆਂ ਕਰਕੇ ਰਤਾ ਸੁਖ ਦਾ ਸਾਹਾ ਹੈ, ਨਹੀਂ। ਮੰਨਦਿਆਂ ਤੇਰੀ ਚੈਂਚਲਸਿਆਂ, ਚਲੋ ਦਿਹਾੜੀ ਦੱਪਾ ਖੋਹ ਲੈਣਗੇ। ਮੱਥੇ ਦਾ ਲਿਖਿਆ ਕਿਵੇਂ ਖੋਹਣਗੇ? ਪਰ ਸੋਹਣਿਆ, ਐਂ ਦੱਸ, ਬਈ ਦਿਹਾੜੀ ਦੱਪਾ ਹੀ ਤਾਂ ਭਾਗ ਨੇ ਮਜ਼ਦੂਰ ਦੇ। ਹੋਰ ਭਾਗ ਕਿਤੇ ਅਸਮਾਨੋਂ ਉਤਰਦੇ ਐ। ਮਿਹਨਤੀਆਂ ਵਿੱਚੋਂ ਕਿਸੇ ਨੇ ਹਉਕਾ ਲਿਆ। ਪਰ ਤੁਸੀਂ ਕੀ ਸੱਪ ਕੱਢ ਕੇ ਮੁੜਿਓ? ਸ਼ੋਰੀ ਲੰਮਾ ਪੁੱਛ ਰਿਹਾ ਸੀ। ਸੋਸਾਇਟੀ ਬਣਾਈ ਐ 20 ਬੰਦਿਆਂ ਦੀ। ਕਾਹ ਤੋਂ? 300 ਨਕਦ, 1200 ਕਿਸ਼ਤ ਵਿੱਚ, ਰਿਕਸ਼ਾ ਨਵਾਂ, ਨਾ ਕਿਸੇ ਦੀ ਹੈਨ, ਨਾ ਖਹਿਨ। ਰਿਕਸ਼ੇ ਤਾਂ ਅੱਗੇ ਹੀ ਅੱਗ ਲਾਇਆ ਨਹੀਂ ਸਰਦੇ। ਪਿਛਲੇ ਸਾਲ ਮੁਰਗੀ ਖਾਨਿਆਂ ਤੋਂ ਲੈ ਲੀਆਂ ਤੁਸੀਂ ਕਾਰਾਂ, ਡੇਰੀਆਂ ਦਾ ਸਵਾਦ ਤੁਸੀਂ ਦੇਖ ਲਿਆ। ਆਹ ਰਿਕਸ਼ੇ ਰਹਿੰਦੇ ਸੀ। ਦੇਖ ਲੋ ਜਾਰ, ਕਿਵੇਂ ਉੱਲੂ ਬਣਾਏ ਐ ਸਿਆਣੇ ਬਿਆਣੇ। ਗਾਮਿਆਂ ਤੇ ਜਾਰ ਹੋਰ ਹੀ ਕਰਤਾ ਪਾਠ ਸ਼ੁਰੂ। ਇੱਕ ਕੰਮ ਤਾਂ ਨਿਬੜ ਲੈਣ ਦਿੰਦਾ। ਫੌਜੀ ਬੇਲੋੜੀ 3-5 ਤੋਂ ਹਫਿਆ ਖੜਾ ਸੀ। ਸਰਕਾਰ ਕਿਹੜਾ ਨਿਉਂਦਾ ਦਿੰਦੀ ਐ, ਪੱਬ ਚੱਟਦੇ ਐ, ਤੇਰੇ ਮੇਰੇ ਅਰਗੇ, ਗਾਹਾਂ ਅਫਸਰ ਪਹਿਲਾਂ ਹੀ ਮੂੰਹ ਅੱਡੀ ਬੈਠੇ ਐ, ਸਿੱਧਾ ਮੰਗਦੇ ਐ ਮੇਰੇ ਸਾਲੇ ਦੇ, ਗੱਲ ਕਰ ਕੀ ਦਿਨੈਨ, ਇਹਨਾਂ ਨੂੰ ਕੀ ਪੂਰੋ ਪੂਰ ਦੇ ਦੇਣਗੇ। ਰਾਮ। ਤਦ ਤੀਕ ਗਾਮੇ ਤੇ ਮੁਨਸ਼ੀ ਨੂੰ ਕਿਸੇ ਨੇ ਲਿਖੀ ਜਾ ਰਹੀ ਅਰਜ਼ੀ ਬਾਰੇ ਦੱਸ ਦਿੱਤਾ ਸੀ। ਗਾਮੇ ਨੂੰ ਲੱਗਾ, ਇਸੇ ਲਈ ਲੋਕ ਉਖੜੇ ਜਿਹੇ ਤੁਖ ਰਹੇ ਸਨ। ਰਤਾ ਗਹੁ ਨਾਲ ਵੇਖਣ ਤੇ ਗਾਮੇ ਨੂੰ ਜਾਪਿਆ, ਜਿਵੇਂ ਵਿਸਾਖੀ ਦੀ ਥਾਵੇਂ ਫੌਜੀ ਨੇ ਕੱਛ ਵਿੱਚ ਕੋਈ ਲਾਂਬੂ ਨੱਪ ਰੱਖਿਆ ਹੋਵੇ, ਜਿਸ ਨਾਲ ਹੁਣੇ ਹੀ ਉਹ ਸਭ ਕੁਝ ਸੁਆਹ ਕਰ ਸੁੱਟੇਗਾ। ਅਚਾਨਕ ਗਾਮੇ ਦੇ ਧੁਰ ਅੰਦਰ ਕੁਝ ਤੜਕਿਆ ਤੇ ਉਹ ਮੱਲਾਂ ਜਿਹੇ ਹੰਬਲੇ ਨਾਲ ਪੈਰੋਂ ਹੀ ਉੱਠ ਖੜਿਆ। ਫੌਜੀਆ ਤੂੰ ਮੇਰੀ ਗਵਾਹੀ ਲਿਖ ਬਿਨਾਂ ਛੱਕ। ਗਾਮੇ ਨੂੰ ਯਾਦ ਆਇਆ, ਕਿਵੇਂ ਪਿਛਲੇ ਦਿਨੀ ਨਰਮਾ ਗੁੱਡਣ ਗਿਆ, ਸਾਰੇ ਦਿਹਾੜੀਦਾਰਾਂ ਦੇ ਸਾਹਮਣੇ ਹੀ ਚੱਠੇ ਨੇ ਉਹਦੀ ਲਾਹ ਕੇ ਉਹ ਮਾਰੀ ਸੀ। ਪੁੱਤ, ਹੁਣੇ ਹੀ ਤੇ ਤੁਸੀਂ ਵੱਟਾਂ ਵਿੱਚ ਆਏ ਉਹ ਚੱਠੇ ਨੇ ਮੁੱਛ ਨੂੰ ਤਾਜ ਦਿੰਦੇ ਕਿਹਾ ਸੀ। ਮਜ਼ਬੀ ਤਾਂ ਜਾਣ ਕੇ ਬਦਨਾਮ ਕਰਦੇ ਐ ਬਿਹਾਰੀਆਂ ਨੂੰ, ਬਈ ਲੋਕ ਕੰਮ ਤੇ ਨਾ ਲਾਉਣ ਉਹਨਾਂ ਨੂੰ। ਅਫਵਾਹਾਂ ਉਡਾਉਂਦੇ ਐ, ਪਈ ਬਿਹਾਰੀਏ ਕਿਸੇ ਜੱਟ ਦਾ ਇੱਕੋ ਇੱਕ ਪੁੱਤ ਹੀ ਰਿੰਨ ਕੇ ਖਾ ਗਏ। ਪਰ ਉਹਨੂੰ ਪੁੱਛੇ ਕੋਈ ਵੱਡੇ ਸਰਦਾਰ ਨੂੰ, ਪਈ ਆਹ ਜਿਹੜੇ ਜੋਗੀਪੁਰ ਮਾਰੇ ਐ ਬਿਹਾਰੀਏ, ਇਹ ਵੀ ਝੂਠ ਹੋਊ, ਨਾਲੇ ਇਹ ਵੀ ਝੂਠ ਹੈ ਪਈ ਉਹਨਾਂ ਕਿਸੇ ਨਿਆਣੀ ਜਿਹੀ ਕੁੜੀ ਨਾਲ ਚੰਗਮੰਦ ਨਹੀਂ ਕੀਤਾ ਹੋਣਾ। ਫਿਰ ਗਾਮਾ ਜਿਵੇਂ ਗੜਹਕ ਕੇ ਬੋਲਿਆ। ਬਈ ਮੈਂ ਕਹਿਨਾਨ ਬਾਹਾਂ ਖੜੀਆਂ ਕਰੋ ਗਵਾਹੀਆਂ ਵਾਲੇ। ਓਏ ਦੇਖੀ ਕਿਤੇ, ਗਵਾਹੀਆਂ ਮਹਿੰਗੀਆਂ ਹੀ ਨਾ ਪੈਣ ਤੈਨੂੰ। ਲੋਕਾਂ ਪਰਤ ਕੇ ਡਿੱਠਾ, ਭੀੜ ਵਿੱਚ ਕਿਧਰੇ ਬਲਕਾਰੀ ਖੜਾ ਸੀ। ਰੱਜ ਕੇ ਵੈਲੀ,
ਬੰਦਾ ਵੱਢ ਕੇ ਕਹਿੰਦੇ ਉਹਨੂੰ 100 ਬੋਤਲ ਦਾ ਨਸ਼ਾ ਚੜਦਾ ਸੀ। ਭਰਵਾਂ ਜਵਾਨ, ਸੂਹੀ ਅੱਖ, ਹਥਿਆਰਾਂ ਦੇ ਟੱਕਾਂ ਨਾਲ ਵਿਗੜੀ ਸ਼ਕਲ, ਭਿਆਨਕ, ਚੱਠੇ ਦੀ ਮੁੱਛ ਦਾ ਵਾਲ, ਸਿਆਣੇ ਉੱਤੋਂ ਕੰਨੀ ਭੰਨ ਕੇ ਲੰਘਦੇ। ਉਹਦੇ ਮੋਟੇ ਬੁੱਲਾਂ ਚੋਂ ਦਿਨ ਰਾਤ ਦਾਰੂ ਦੇ ਫੁਰਕੜੇ ਵੱਜਦੇ। ਖੁੱਲਾ ਕੁੜਤਾ, ਤੇੜ ਤੂੰਬੀ ਚਾਦਰ ਤੇ ਡੱਬ ਵਿੱਚ ਪਿਸਟਲ। ਅੱਖ ਪਲਕਾਰੇ ਵਿੱਚ ਹੀ ਸੁੰਨ ਵਰਤ ਗਈ। ਪਤਾ ਨਹੀਂ ਉਹ ਕਿੰਨੀ ਦੇਰ ਤੋਂ ਆ ਕੇ ਖੜਾ ਸੀ। ਫੌਜੀ ਨੇ ਗੌਲਿਆ ਹੀ ਨਹੀਂ ਸੀ। ਅਚਾਨਕ ਅਰਜ਼ੀ ਉੱਤੇ ਝੁਕੀਆਂ ਅੱਖਾਂ ਤਿੜਕਣ ਲੱਗੀਆਂ। ਫੌਜੀ ਦਾ ਕਾਲਜਾ ਤੜਕਿਆ। ਬਲਕਾਰੀ ਨਾਲ ਅੱਖ ਮਿਲੀ, ਜਿਵੇਂ ਅੱਗ ਨੇ ਅੱਗ ਨਾਲ ਦਸਤ ਪੰਜਾ ਲਿਆ ਹੋਵੇ। ਜਾਪਿਆ, ਬਲਕਾਰੀ ਖੈਰ ਹੱਥਾਂ ਨਹੀਂ ਸੀ ਆਇਆ। ਕਿਸੇ ਵੀ ਪਲ ਕੁਝ ਵਾਪਰ ਸਕਦਾ ਸੀ। ਉਸ ਅੰਦਰ ਖਾਤੇ ਕਿਤੇ, ਆਪੇ ਨੂੰ ਹਰ ਹੋਣੀ ਲਈ ਸੂਤ ਲਿਆ। ਅਚਵੀ ਪਿੰਡਾ ਤੋੜਨ ਲੱਗੀ। ਲੋਕਾਂ ਸਹਿਮੀ ਜਹੀ ਚੁੱਪ ਵਿੱਚ ਹੁਕਮੇ, ਚੰਦੂ ਅਤੇ ਭੀਮ ਦੇ ਹੇਠ ਉੱਪਰ ਵੱਜਦੇ ਖੰਗੂਰੇ ਸੁਣੇ। ਅਈ ਸ਼ਾਬਾਸ਼ੇ ਬਲਕਾਰ ਸਿੰਘ ਏ ਮੱਖ, ਪਾਓ ਆਪਾਂ ਤੇ ਵੇਖ ਨਾ ਮਹਿੰਗੀ ਸਸਤੀ ਵਾਲਾ ਰੇੜਕਾ ਹੀ ਵੱਢ ਦਿੱਤੈ। ਬਲਕਾਰੀ ਵੱਲ ਵੇਖਦਿਆਂ ਹੀ ਗਾਮੇ ਪੂਛ ਲੱਤਾਂ 'ਚ ਲੈ ਲਈ। ਇੱਕ ਘੜੀ ਉਹ ਜੋਸ਼ ਵਿੱਚ ਹੀ ਵਿਸਰ ਗਿਆ ਸੀ ਕਿ ਉਹ ਪਿਛਲੇ 3 ਵਰ੍ਹਿਆਂ ਤੋਂ ਚੱਠਿਆਂ ਦਾ ਕਰਜ਼ਾਈ ਸੀ ਤੇ ਪਿਛਲੀ ਛਮਾਹੀ ਫੀਮ 'ਚ ਫੜੇ ਜਾਣ ਕਾਰਨ ਬਲਕਾਰੀ ਹੀ ਉਹਨੂੰ ਜ਼ਮਾਨਤ ਤੇ ਛੁਡਵਾ ਕੇ ਲਿਆਇਆ ਸੀ। ਹੱਸਦਿਆਂ ਪਾ, ਨਾਲੇ ਸਾਡੇ ਕਮੀਨਾਂ ਦੀ ਕੌਣ ਮੰਨਦਾ ਜੇ ਗਵਾਹੀ, ਜਦੋਂ ਗਾਮਾ ਭਰੀ ਪਰੇ 'ਚ ਜੂਲੇ ਵਿੱਚੋਂ ਹੀ ਨਿਕਲ ਗਿਆ। ਉਸ ਦਹਿਲ ਕੇ ਸੋਚਿਆ, ਬਲਕਾਰੀ ਸਹੁਰੇ ਦਾ ਕੀ ਹੈ, ਨਾ ਜਾਣੀਏ ਕਿਤੇ। ਤੇ ਅੱਗੋਂ ਉਹਦੀ ਸੋਚ ਕੰਬ ਗਈ। ਲੋਕ ਵੇਖਦੇ ਹੀ ਰਹਿ ਗਏ। ਬਹੁਤਿਆਂ ਨੂੰ ਗਾਮੇ ਦਾ ਯਰਕ ਜਾਣਾ, ਇੱਕ ਕੜੀ ਬਰਛੀ ਵਾਂਗ ਸਲ ਗਿਆ। ਭਾਊ ਇਸ ਲਾਗ ਡਾਟ ਬਦਲੇ ਤਾਂ ਰਿਕਸ਼ਿਆਂ ਦਾ ਅੱਖ ਚੱਬਿਆ। ਆਪਦੀ ਤਾਜ਼ੀ ਕਮਾਵਾਂਗੇ ਤਾਜ਼ੀ ਖਾਵਾਂਗੇ। ਗਾਮਾ ਜਿਵੇਂ ਆਪਣੇ ਆਪ ਨੂੰ ਹੀ ਬੋਲਿਆ। ਚਲੋ ਨਾਲੇ ਰਹਿੰਦੇ ਖੱਸੀ ਹੋ ਜੋਂਗੇ। ਕਿਸੇ ਕਿਹਾ, ਜੱਟਾਂ ਦੀਆਂ ਬੱਤੀਆਂ ਤੋਂ ਵੱਧ ਨਹੀਂ ਹੁੰਦੇ। ਮੁਨਸ਼ੀ ਉਖੜ ਕੇ ਬੋਲਿਆ। ਉਹ ਗਾਮੇ ਨੂੰ ਇੰਜ ਭੱਜ ਗਿਆ ਤੱਕ ਕੇ ਹੈਰਾਨ ਹੋ ਗਿਆ ਸੀ। ਓਏ ਜੱਟਾਂ ਬਿਨਾਂ ਗੁਜ਼ਾਰਾ ਵੀ ਨਹੀਂ ਥੋਡਾ, ਸੁਣਦੈਨ। ਤਰੰਡਾ ਥੋਡੇ ਕੋਲ ਡੰਗਰ, ਪਹਿਲੀ ਦੀ ਖੁੱਡ ਨਾ। ਜੱਟ ਤਾਂ ਚਾਹੁਣ ਮੂਤ ਬੰਦ ਕਰਾ ਦੇਣ ਥੋਡਾ। ਸੁਣਿਆ। ਤੁਸੀਂ ਯਾਰ ਅਸਲੀ ਗੱਲ ਕਿਉਂ ਰੋਲਦੇ ਓ? ਪਤਾ ਨਹੀਂ ਕਿਉਂ, ਫੌਜੀ ਨੂੰ ਸਭ ਕੁਝ ਹੀ ਹੱਥੋਂ ਕਿਰਦਾ ਲੱਗਦਾ ਸੀ। ਉਹਨੇ ਇੱਕ ਨਜ਼ਰ, ਲੋਕਾਂ ਦੇ ਇਕੱਠ ਅਤੇ ਚੱਠਿਆਂ ਦੀ ਹਮੈਤੀ ਢਾਣੀ ਵੱਲ ਗਹਿਰਾ ਜਿਹਾ ਦੇਖਿਆ ਅਤੇ ਦੰਦਾਂ ਥੱਲੇ ਬੁੱਲ ਟੁਕਦਿਆਂ ਸੁਣਿਆ। ਯਾਰ ਠਹਿਰ ਕੇ ਲਵਾਉਨੇ ਆ ਅੰਗੂਠੇ। ਗਬਰੀਟ ਆਖ ਰਹੇ ਸਨ। ਵਿਸ ਕੋਲਦੀਆਂ ਤਿਉੜੀਆਂ ਅੱਖੀ ਪਲਾਹੀ ਹੱਥ ਮਾਰਨ ਲੱਗੀਆਂ, ਖਬਰੇ ਵਿਰੋਧੀ ਧਿਰ ਡਾਂਗ ਸੋਟਾ ਹੀ ਮਿੱਥ ਕੇ ਆਈ ਹੋਵੇ। ਲੋਕਾਂ ਸੋਚਿਆ, ਕੋਈ ਨਾ ਜੱਟ ਵੀ ਨਹੀਂ ਮਰਦੇ ਹੁਣ, ਤੁਸੀਂ ਜਿਹੜਾ ਅੱਖ ਚੋਇਆ ਸੀ ਨਾ, ਉਹ ਵੀ ਯਾਦ ਰਹੂ ਜੱਟਾਂ ਨੂੰ, 2000 ਪਹਿਲਾਂ ਤੇ ਕੰਮ ਕਿਹਦੇ ਪਿਓ ਦਾ? ਬਿਹਾਰੀਆਂ ਨੇ ਤਾਂ ਵੱਟਾਂ 'ਚ ਲਿਆ ਤੇ ਸੀਰੀ, ਨਹੀਂ। ਗੁੱਸੇ ਨਾਲ ਪੱਕਦੀਆਂ ਅੱਖਾਂ ਵਿੱਚੋਂ ਫੌਜੀ ਡਿੱਠਾ, ਲੋਕ ਹੋਣੀ ਸਾਵੇਂ ਹਿੱਕ ਡਾਹੁਣ ਦੀ ਥਾਂ ਆਪਸ ਵਿੱਚ ਹੀ ਖਾਹਿਣ ਲੱਗੇ ਸਨ। ਇੱਕਾ ਇੱਕ ਭੀੜ ਵਿੱਚੋਂ ਮਾਸਟਰ ਦਲੀਪ ਸਿੰਘ ਅੱਗੇ ਵਧਿਆ ਅਤੇ ਚੀਕਿਆ। ਕਿਉਂ ਹੜਬਾਨ ਪੇੜਦੇ ਓ? ਗੱਲ ਤਾਂ ਮੋਗੇ ਦੀ ਸੀ, ਤਕੜੇ ਤੇ ਮਾੜੇ ਦੀ। ਨਾ ਕੰਮੀਆਂ ਕਿਤੇ ਜਾਣੈ ਨਾ ਤੁਸਾਂ, ਇਹ ਰੰਡੀ ਰੋਣੇ ਨੀ ਮੁੱਕਣੇ, ਕਰਜ਼ਿਆਂ ਨਾਲ ਤਾਂ ਕੀਸੀ ਹੋਈ ਪਈ ਐ ਸਭ ਦੀ, ਜੱਟਾਂ ਤਾਂ ਅੱਗ ਫੱਕਣੀ ਈ ਸੀ। ਸੀਰੀ ਵੀ ਲੈ ਲੈਣ ਤਾਰਾਂ, ਓੜਕ ਖੋਤੀ ਮਿਆਂਕ ਕੇ ਬੋਹੜ ਥੱਲੇ ਨਾ ਆਈ ਤਾਂ ਕਿਹੋ, ਅਸਲੀ ਗੱਲ ਵੱਲ ਆਵੇਂਦਾ ਨਹੀਂ ਕੋਈ, ਮਜ਼ਬੀ ਬਿਹਾਰੀਆਂ ਤੋਂ ਔਖੇ ਐ, ਜੱਟ ਆੜਤੀਆਂ ਤੋਂ, ਯਾਰ ਕਾਹਦੀ ਹਉਮੈ ਥੋਡੀ, ਰਿਸ਼ਵਤਾਂ ਦੇ ਕੇ ਤਾਂ ਜਿਨਸਾਂ ਵੇਚੋ ਤੁਸੀਂ, ਫਸਲ ਪਿੱਛੋਂ ਵਿਕਦੀ ਐ, ਥੋੜਾ ਪਹਿਲੋਂ ਆਦਮ ਬੋ ਕਰਦੀਆਂ। ਲੈ ਦੇ ਕੇ ਗੁੱਸਾ ਇੱਕ ਦੂਜੇ ਤੇ ਨਿਕਲਦੈ, ਹੁਣ ਐਂਦਕੀਨ ਰੱਬੀ ਪੈਣ ਦੇਣੇ ਦਾ ਚੜ ਗਿਆ ਤਾਂ ਕਿਤੇ, ਨਹੀਂ ਹੇਠਲੇ ਉੱਤੇ ਕਰ ਦਿੰਦਾ ਤੂੰ, ਫੌਜੀ ਟਸ ਕਰਦੇ ਮੱਥੇ ਨਾਲ ਫਟ ਜਾਣਾ ਚਾਹੁੰਦਾ ਸੀ। ਉਹ ਲੋਕਾਂ ਨੂੰ ਬਲਕਾਰੀ ਦੀ ਇੱਕੋ ਪਬਕ ਮੂਰੇ ਮੇਮੀ ਬਣਿਆ ਵੇਖ, ਅੰਦਰੇ ਅੰਦਰ ਕੋਲਾ ਹੋ ਗਿਆ ਸੀ। ਉਹਦੀਆਂ ਮੀਟੀਆਂ ਮੁੱਠੀਆਂ ਵਿੱਚ ਪਸੀਨਾ ਆ ਗਿਆ। ਸਾਹ ਕਾਹਲੇ ਹੋ ਗਏ ਸਨ ਅਤੇ ਭੀੜ ਨੂੰ ਹੋਰੂ ਵੇਖਦਾ ਬੋਲਿਆ ਸੀ, ਮੈਂ ਕਹਿਨਾਨ ਸ਼ਰਮ ਕਰੋ ਕੁਝ। ਤੂੰ, ਰੱਬ ਤੋਂ ਭਾਲਦੇ ਨੇ ਟੱਟੂ, ਮਾਸਟਰ ਫਿਰ ਧਮਕਿਆ। ਕੋਈ ਦੇਖਿਆ ਜੱਟ ਕਦੇ ਪਿੱਟਦਾ, ਸੂਈ ਬਣਾਉਣ ਵਾਲਾ ਵੀ ਆਪ ਦਾ ਭਾਅ ਆਪ ਮਿੱਥੇ, ਪਰ ਸੱਪਾਂ ਦੇ ਸਿਰ ਤੁਸੀਂ ਮਿੱਧ ਦੋ, ਭਾਅ ਸਰਕਾਰ ਟੁਕਦੀ ਐ, ਲੋਹੜਾ ਨੀ, ਹੋਰ ਤਾਂ ਹੋਰ, ਪਿੱਟ ਕੇ ਮਰ ਗਿਆ ਫੌਜੀ, ਕੋਈ ਨਿਤਰਿਆ ਰਨ 'ਚ। ਮੈਂ ਦੱਸਦਾਨ ਵਿੱਚੋਂ ਗੱਲ ਕੀ ਐ, ਦਰਸ਼ਨ ਦੋਦੀ ਨੇ ਕਿਹਾ। ਜੱਟਾਂ ਦਾ ਤਾਂ ਉਹਨਾਂ ਦੀਆਂ ਫੜਹਾਨ ਬਿਠਾਇਆ ਪਿਆ ਪੱਠਾ, ਗਾਂ ਮੱਝ ਭਾਵੇਂ ਟੀਕੇ ਨਾਲ ਲਾਹੁੰਦੀ ਹੋਵੇ ਡੋਕੇ, ਆਖੂ, ਪੁੱਛ ਨਾ ਕੁਛ, ਟੋਕਣੀ ਨਿਤਾਰ ਦਿੰਦੀ ਐ, ਬਾਹਰ ਦਾਣੇ ਭਾਵੇਂ ਦੇਣਦਾਰੀਆਂ ਦਾ ਢਿੱਡ ਨਾ ਭਰਦੇ ਹੋਣ, ਆਖੂ, ਰੰਗ ਲੱਗੇ ਪਏ ਐ ਕਿ ਦੋਦੀਆ, ਤੂੰ ਤਾਂ ਕੰਨ 'ਚ ਮੰਮਾ ਲੈਣਾ ਯਾਰ, ਜਦ ਅਗਲੇ ਗੱਲਾਂ ਦਾ ਕੜਾਹ ਬਣਾਉਣੈ, ਮਿੱਠਾ ਕਿਉਂ ਘੱਟ ਪਾਊ। ਅਚਾਨਕ ਇੱਕੜ ਦੁੱਕੜ ਜਿਹੇ ਲੋਕ ਉੱਠ ਖੜੇ। ਛੱਡੋ ਯਾਰ, ਕਰਨਗੇ ਸੋ ਪਰਨਗੇ, ਆਪਾਂ ਕਾਹਨੂੰ। ਪਰ ਤਦੇ ਹੀ ਗੇੜਾ ਲਾ ਕੇ ਸ਼ਹਿਰੋਂ ਮੁੜੇ ਤਾਂਗੇ, ਭੀੜ ਲਾਗੇ ਆ ਖੜੋਤੇ। ਲੋਕਾਂ ਦਾ ਇੰਜ ਥੜ੍ਹੇ ਤੇ ਇਕੱਠੇ ਹੋਣਾ ਕੋਈ ਅਲੋਕਾਰ ਗੱਲ ਨਹੀਂ ਸੀ। ਸਗੋਂ ਹਨੇਰੇ ਸਵੇਰੇ ਕੋਈ ਨਾ ਕੋਈ ਟਾਣੀ ਜੁੜੀ ਹੀ ਰਹਿੰਦੀ। ਯੱਕੜ ਵੱਜਦੇ, ਟਾਨ ਚਾਨ ਹੁੰਦੀਆਂ।
ਲੰਘਦੀਆਂ ਕੁੜੀਆਂ ਚਿੜੀਆਂ ਤੋਂ ਲੈ ਕੇ ਅਖਬਾਰ ਦੀ ਸੁਰਖੀ ਤੀਕ ਸਭ ਕੁਝ ਹੀ ਚਿੱਥਿਆ ਜਾਂਦਾ। ਤੂੰ, ਮੈਂ ਹੁੰਦੀ, ਰੋਸੇ ਧੀ ਦੀ ਭੈਣ ਦੀ ਤੀਕ ਵੀ ਅੱਪੜ ਜਾਂਦੇ ਪਰ ਸਮਝ ਨਾ ਲੱਗਦੀ। ਆਖਰ ਇਹ ਕਿਹੋ ਜਿਹੇ ਲੋਕ ਸਨ, ਜਿਹੜੇ ਡੰਗਰਾਂ ਵਾਂਗ ਲੜ ਲੈਣ ਮਗਰੋਂ ਵੀ ਇੱਕ ਦੂਜੇ ਦਾ ਗਲ ਚੱਟਣ ਲੱਗਦੇ ਸਨ। ਇੱਕ ਕੜੀ ਲਹੂ ਦੇ ਪਿਆਸੇ ਹੋ ਜਾਂਦੇ, ਦੂਜੀ ਕੜੀ ਕੁੰਗੂ ਵਾਂਗ ਨਿੱਤਰ ਜਾਂਦੇ ਪਰ ਜਿਹੜੀ ਤਲਖੀ ਨਾਲ ਲੋਕ ਅੱਜ ਇਕੱਠੇ ਹੋਏ ਸਨ ਇੰਜ ਕਦੇ ਕਦਾਈ ਹੀ ਹੁੰਦਾ ਸੀ। ਪਰ ਹਰ ਵਾਰ ਇਹ ਰੋਹ ਧੁਆਂਖਿਆ ਕਿਉਂ ਜਾਂਦਾ ਸੀ? ਫੌਜੀ ਨੇ ਪੀੜ ਨਾਲ ਸੋਚਿਆ। ਸਾਰੇ ਦਾ ਸਾਰਾ ਧੂੰਆਂ ਉਹਦੇ ਜ਼ਹਿਨ 'ਚ ਇਕੱਠਾ ਹੋਣ ਲੱਗਾ। ਜਾਪਿਆ ਜਿਵੇਂ ਉਹਨੂੰ ਕੁਝ ਵੀ ਨਹੀਂ ਸੀ ਸੁਣ ਰਿਹਾ, ਕੁਝ ਵੀ ਨਹੀਂ ਸੀ ਦਿਸ ਰਿਹਾ। ਆਖਰ ਇਹ ਲੋਕ ਕਾਹਤੋਂ ਕਿਸੇ ਭੈ ਵਿੱਚ ਗਰਸੇ ਜਾਂਦੇ ਸਨ? ਕਿਉਂ ਹੋਣੀ ਦੀਆਂ ਅੱਖਾਂ ਵਿੱਚ ਝਾਕਦਿਆਂ ਹੀ, ਇਹਨਾਂ ਦੇ ਕੋਇਆਂ ਵਿੱਚ ਮੋਤੀਆ ਉਤਰ ਆਉਂਦਾ ਸੀ? ਫੌਜੀ ਨੂੰ ਜਾਪਿਆ, ਜਿਵੇਂ ਸੱਚਮੁੱਚ ਕੋਈ ਭੈ ਸਾਰੀ ਦੀ ਸਾਰੀ ਪੀੜ ਨੂੰ ਨਿਗਲ ਰਿਹਾ ਸੀ। ਇੱਕ ਪਲ, 2 ਪਲ, 10 ਪਲ, ਸਾਂ। ਸੁਣਿਆ ਜਾ ਟੀਕਿਆਂ ਨਾਲ ਹੀ ਨਿਆਣੇ ਜੰਮਣ ਲੱਗ ਪਏ। ਛੱਜੂ ਅਮਲੀ ਆਖ ਰਿਹਾ ਸੀ। ਸੁਣ ਲਓ ਮਾਰਫਤ, ਸਭ ਕੁਝ ਕੱਟੇ ਕੌਡੀਆਂ ਰਲ ਗਿਆ ਜਾਣ ਸੰਧੂਆਂ ਕਾ ਬੁੜਾ ਕਲਪਦਾ ਜਿਹਾ ਉੱਠ ਖੜਾ ਹੋਇਆ। ਐਨਕ ਦੇ ਮੋਟੇ ਸ਼ੀਸ਼ਿਆਂ ਵਿੱਚ ਉਹਨੇ ਇੱਕ ਨਜ਼ਰ ਫੌਜੀ ਦੀਆਂ ਰੋਹ ਨਾਲ ਮਚਦੀਆਂ ਅੱਖਾਂ ਵਿੱਚ ਝਾਕਿਆ ਤੇ ਖਫਾ ਜਿਹਾ ਬੋਲਿਆ, ਓਏ ਸ਼ਰਮ ਹੈ ਕਿਸੇ ਪੱਲੇ। ਵੱਡੇ ਸੂਰਮੇ। ਬੁੜੇ ਦੇ ਤਲਖ ਬੋਲ ਇੱਕ ਕੜੀ ਚੁੱਪ ਵਿਚਾਲੇ, ਚਾਕੂ ਵਾਂਗ ਲਟਕ ਗਏ। ਤਦੇ ਭੀੜ ਨੇ ਬਾਰੂ ਤਾਂਗੇ ਵਾਲੇ ਨੂੰ ਸੁਣਿਆ। ਕਿਸੇ ਸਵਾਰੀ ਦਾ ਅੱਡੇ ਤੋਂ ਅੱਗੇ ਸਮਾਨ ਲਿਜਾਣ ਤੋਂ ਉਹ ਵੇਰਿਆ ਖੜਾ ਸੀ। ਕੋਈ ਦਹਿਸ਼ਤ ਸੀ ਜੋ ਇਕੱਠ ਵਿੱਚ ਛਹਿ ਲਾਈ ਬੈਠੀ ਸੀ ਤੇ ਲੋਕ ਫੂਕ ਸਾਹ ਲੈ ਰਹੇ ਸਨ। ਫੌਜੀ ਕਹਿਣ ਹੀ ਵਾਲਾ ਸੀ, ਜੀਨੇ ਭਰੀ ਪਰੇ ਚ ਲਾਉਣੇ ਗੂਠਾ ਲਾਵੇ ਨਹੀਂ ਠੀਕ ਐ ਬਸ। ਤਦੇ ਹੀ ਜਿਵੇਂ ਕਿਵੇਂ ਉਸ ਦਹਿਸ਼ਤ ਤੋਂ ਮੁਕਤ ਹੋਣ ਦਾ ਰਾਹ ਲੱਭ ਲਿਆ। ਕਿਉਂ ਲੋਹੇ ਦਾ ਥਣ ਬਣਦੈਨ ਬਾਰਾ ਸਿੰਘਾਂ। 2 ਪੈਰ ਦੀ ਤਾਂ ਗੱਲ ਐ। ਕੋਈ ਟਾਂਗੇ ਵਾਲੇ ਨੂੰ ਬੋਲਿਆ। ਅੱਡੇ ਤੱਕ ਫਰਜ਼ ਬਣਦੈ ਮਾਲਕੋ। ਉਹਦੇ ਲਈ ਸੀ ਨਹੀਂ ਕੀਤੀ। ਇਹਨੇ ਨਾਲ ਕੋੜੀ ਦੇ ਖੁਰ ਕਿਸਦੇ ਹੋਣਗੇ? ਕਿਸੇ ਹੋਰ ਨੇ ਕਿਹਾ। ਜੇ ਕਿਸਦੇ ਨੇ ਤਾਂ ਹੀ ਤਾਂ ਕਿਹਾ। ਦੇਖ ਲਓ ਯਾਰ ਕਿਵੇਂ ਆਕੜਦੀ ਐ ਜਾਤ। ਜੱਟਾਂ ਨੂੰ ਤਾਂ ਟਿੱਚ ਜਾਣਨਗੇ। ਟਾਂਗੇ ਕੀ ਵਾਹੁਣ ਲੱਗ ਗਏ। ਉੱਡਣ ਹੀ ਤਹਾਨ ਲੱਗ ਗਏ। ਕਿਸੇ ਕਿਹਾ। ਚਲੋ ਯਾਰ ਥੋਨੂੰ ਕੀ, ਅਗਲਾ ਆਪ ਦਾ ਪੜਿਆ ਵਾਚੂ, ਤੁਸੀਂ ਆਪ ਦੀ ਫਸੀ ਨਬੇੜੋ। ਫੌਜੀ ਨਾਲ ਗੱਭਰੂਆਂ ਵੀ ਸਿਰ ਚੁੱਕਿਆ। ਫੌਜੀ ਦੀ ਵਹਿਸ਼ੀ ਚੁੱਪ ਬਹੁਤਿਆਂ ਨੂੰ ਚਸਕ ਰਹੀ ਸੀ। ਲੱਗਦਾ ਸੀ ਜੇ ਥੋੜਾ ਚਿਰ ਕਿਸੇ ਹੋਰ ਉਸ ਦਾ ਹੁੰਗਾਰਾ ਨਾ ਭਰਿਆ ਤਾਂ ਉਹ ਇਕੱਲਾ ਹੀ ਸਭ ਕੁਝ ਤਹਿਸ ਨਹਿਸ ਕਰ ਦੇਵੇਗਾ। ਸਾਨੂੰ ਕਿਉਂ ਨਹੀਂ ਯਾਰ, ਪੱਠਿਆਂ ਨੂੰ ਸਾਡੇ ਵੱਟ ਖੁੰਝੇ, ਰਹਿਣ ਨੂੰ ਸ਼ਾਮਲਾਟ, ਦਿਹਾੜੀ ਕਹਿੰਦੇ ਸ਼ਹਿਰ ਕਰਾਂਗੇ। ਤਦ ਤੀਕ ਬਾਰੂ ਨੇ ਸਮਾਨ ਲਾਹ ਕੇ ਤਾਂਗਾ ਸ਼ਹਿਰ ਵੱਲ ਮੋੜ ਲਿਆ ਸੀ। ਛਿੱਤਰਾਂ ਦੀ ਕਸਰ ਐ ਬਸ। ਹੁਕਮੇ ਦਲਾਲ ਨੇ ਬਲਦੀ ਤੇ ਪੂਲਾ ਸਿੱਟ ਦਿੱਤਾ। ਸੁਣ ਦਿਓ, ਆਹ ਪਾਲੇ ਐ ਪਿੰਡ ਨੇ ਸੱਪ। ਪੀਥੂ ਰੰਗੜ ਚੀਕਿਆ। ਓਏ ਕੀ ਦੇਹ ਦੁਆਲ ਨੇ ਥੋਨੂੰ, ਜਿਨ੍ਹਾਂ ਸ਼ਹਿਰਾਂ ਦੀਆਂ ਹਰੀਆਂ ਚਰ ਲਈਆਂ। ਦੁਆਲ ਕੀ ਜੇ ਮੂਤਦੇ ਨਾ ਫਿਰੇ ਤਾਂ ਕਹੀਂ, ਤੁਸੀਂ ਦੱਸੋ ਕਦੇ ਪਿੰਡ ਨੂੰ ਪੁੱਛ ਕੇ ਵਧਾਇਆ ਇਹ ਨਾ ਕਰਾਇਆ। ਜਦੋਂ ਜੀ ਕੀਤਾ ਵੇ ਹਰ ਗਏ। 2 ਡਿੰਗਾ ਸ਼ਹਿਰ ਤੇ ਰੁਪਿਆ ਸਵਾਰੀ, ਕੋਈ ਹੱਜ ਐ। ਮੈਂ ਪੁੱਛਦਾਨ ਭਲਾ ਕਿੰਨੇ ਟਰੈਕਟਰ ਨੇ ਆਪਣੇ ਪਿੰਡ 'ਚ। ਨੂਪਾ ਰੰਗੜ ਉੱਚਾ ਚੀਕਦਾ ਸੀ। ਬਿਲਕੁਲ ਇਵੇਂ ਹੀ ਕੁਝ ਚਿਰ ਪਹਿਲਾਂ ਤਾਸ਼ ਦੇ ਪੱਤੇ ਸਿੱਟਦਿਆਂ, ਉਹ ਚੱਠਿਆਂ ਦੇ ਵਿਰੋਧ ਵਿੱਚ ਮਚਿਆ ਸੀ। ਪਰ ਇਹ ਮੱਚਦੀ ਅੱਗ ਦੇ ਲੰਬ, ਮਾੜਿਆਂ ਵੱਲ ਕਿਉਂ ਵਧਣ ਲੱਗੇ ਸਨ? ਫੌਜੀ ਨੂੰ ਲੱਗਾ, ਜਿਵੇਂ ਉਹ ਖੁਦ ਇਹਨਾਂ ਲੰਬਾਨ ਵਿੱਚ ਕਿਧਰੇ ਸੜ ਰਿਹਾ ਸੀ। ਝੁਲਸ ਰਿਹਾ ਸੀ। 25-26, ਕਿਸੇ ਕਾਹਲੀ ਨਾਲ ਟਰੈਕਟਰ ਗਿਣੇ। 25-26, ਹੁਣ, ਸੁਣਿਆ, 16 ਤਾਂਗੇ, ਤੇ ਜੇ 3-3 ਗੇੜੇ ਵੀ ਲਾਉਣ, 48 ਗੇੜੇ ਬਣੇ ਕਿ ਨਾ, ਟਾਂਗੇ 'ਚ 10 ਸਵਾਰੀਆਂ ਹੋਣ ਤਾਂ 500 ਬਣਿਆ ਕਿ ਨਾ ਰੋਜ਼ ਦਾ। ਉਹਨੇ ਉਂਗਲਾਂ ਨਾਲ ਹਵਾ ਕੱਟੀ। ਮਨੇ ਕਹਿਨਾਨ ਤੁਸੀਂ ਇੱਕ ਟਰਾਲੀ ਵਾਲੇ ਦੀ ਵਾਰੀ ਬੰਨੋ ਰੋਜ਼, ਦੇਖਿਓ ਜੇ ਮਿਆਂਕ ਦੇ ਨਾ ਫਿਰੇ ਤਾਂ। ਗੱਲ ਤਾਂ ਉਹ ਠੀਕ ਐ। ਲੋਕ ਸਿਰ ਮਾਰਨ ਲੱਗੇ। ਹੱਥ ਖੜੇ ਕਰੋ ਬਈ ਟਰਾਲੀਆਂ ਵਾਲੇ। ਭੀਮ ਬਲੈਕੀਏ ਬੋਲ ਚੁੱਕੇ। ਤੁਸੀਂ ਵਾਰੀਆਂ ਬੰਨ ਕੇ ਫਰਿਸਤ ਬਣਾਓ ਪੱਕੀ। ਸਾਡੀਆਂ ਭਾਵੇਂ 3 ਰੱਖ ਲਿਓ ਮਹੀਨੇ 'ਚ। ਬਲਕਾਰੀ ਆਖ ਰਿਹਾ ਸੀ, ਜਿਵੇਂ ਕੋਈ ਦਾਨਾ ਲੋਕ ਬੋਲ ਰਿਹਾ ਹੋਵੇ। ਆਪਾਂ ਪਰੇ ਦੀ ਨੀ ਮੋੜਨੀਨ ਬਈ, ਸਭ ਮਨਜ਼ੂਰ ਐ। ਹੁਕਮੇ, ਚੰਦੂ ਤੇ ਭੀਮੇ ਰਲਵੀਨ ਪਬਕ ਮਾਰੀ। ਕਾਵਾਂ ਰੌਲੀ ਮਚ ਗਈ। ਗੱਲ 16 ਆਨੇ ਐ। ਅੱਧੇ ਲੀੜੇ ਝਾੜਦੇ ਉੱਠ ਖੜੇ, ਗਰਦਾ ਸਿਰਾਂ ਉੱਤੋਂ ਟੱਪਣ ਲੱਗਿਆ। ਪਰ ਇਸ ਤੋਂ ਪਹਿਲਾਂ ਕਿ ਲੋਕ ਇਸ ਧੂੜ ਵਿੱਚ ਹੀ ਗੁਆਚ ਜਾਂਦੇ, ਨੂਪੇ ਰੰਗੜ ਦੀ ਸ਼ੂਕ ਦੀ ਆਵਾਜ਼, ਤਾਂਗਿਆਂ ਦੀਆਂ ਛਿੱਦੀਆਂ ਉੱਪਰ ਮਾਰੂ ਕਹਿਰ ਵਾਂਗ ਫੈਲ ਗਈ। ਸਵੇਰੇ ਮੈਂ ਲਿਆਉਂ ਬਈ ਪਹਿਲੀ ਟਰਾਲੀ। ਅਰਜ਼ੀ ਦੇ ਪੁੱਠੇ ਬੰਨੇ ਹੀ ਕੋਈ ਫਰਿਸਤ ਲਿਖਣ ਲੱਗਾ ਤਾਂ ਫੌਜੀ ਦੇ ਸੁੰਗੜੇ ਮੱਥੇ ਵਿੱਚ ਜਿਵੇਂ ਬਾਰੂਦ ਦੀ ਕੋਈ ਪੰਡ ਖੁੱਲ ਗਈ। ਉਸ ਤਾਹ ਕੇ ਅਰਜ਼ੀ ਹੀ ਚਰੁੱਟ ਲਈ। ਵਿਸਾਖੀ ਸਣੇ ਉਹ ਡਿੱਗਦਾ ਹੀ ਰਹਿ ਗਿਆ। ਅੱਖਾਂ ਵਿੱਚ ਰਾਤ ਉਤਰ ਆਈ ਅਤੇ ਸਾਹ ਧੂਏ ਵਿੱਚ ਲਿਪਟ ਗਏ। ਹੋ ਹੱਲੇ ਤੇ ਹਾਸੇ ਠੱਠੇ ਵਿੱਚ ਲੋਕ ਇੰਜ ਉੱਠ ਖੜੇ ਸਨ ਜਿਵੇਂ ਕਿਸੇ ਬਹੁਤ ਵੱਡੀ ਜਿੱਤ ਮਗਰੋਂ ਕਿਲਕਾਰੀ ਮਾਰਨਾ ਚਾਹੁੰਦੇ ਹੋਣ। ਲੋਕ ਖਿੰਡ ਰਹੇ ਸਨ। ਖੜਬਾਨ ਦੀ ਖੜ ਸਣੇ, ਜਿਵੇਂ ਧੂੜ ਖਿੰਡ ਰਹੀ ਸੀ।
ਪਰ ਜਦੋਂ ਥੜ੍ਹੇ ਤੋਂ ਬਲਕਾਰੀ ਅਤੇ ਫੌਜੀ ਉਤਰੇ, ਅੱਖ ਨਾਲ ਅੱਖ ਮਿਲਦਿਆਂ ਲੱਗਾ, ਜਿਵੇਂ ਬਲਕਾਰੀ ਦੀ ਖਚਰੀ ਅੱਖ ਟਾਹ-ਟਾਹ ਕਰਕੇ ਹੱਸੀ ਹੋਵੇ ਤੇ ਕਿਹਾ ਹੋਵੇ, ਤੂੰ ਤਾਂ ਕਮਲੈਨ ਫੌਜੀਆ, ਇਹਨਾਂ ਖੱਸੀ ਲੋਕਾਂ ਤੋਂ ਕੀ ਭਾਲਦੈਂ। ਪਰ ਇਸ ਤੋਂ ਉਲਟ, ਜਦੋਂ ਲਟ-ਲਟ ਬਲਦੀ ਅੱਖ ਨਾਲ ਫੌਜੀ ਬਲਕਾਰੀ ਦੀਆਂ ਅੱਖਾਂ ਵਿੱਚ ਆਰ-ਪਾਰ ਝਾਕਿਆ ਤਾਂ ਜਾਪਿਆ, ਜਿਵੇਂ ਆਖ ਰਿਹਾ ਹੋਵੇ, ਬਲਕਾਰਿਆ, ਤੂੰ ਵੇਖੀ ਇੱਕ ਦਿਨ, ਮੈਂ ਇਸੇ ਪਿੰਡ ਵਿੱਚੋਂ ਉਹ ਲੋਕ ਲੱਭਾਂਗਾ, ਜਿਹੜੇ ਮੇਰੇ ਮਾਣ ਦੀ ਲੱਜ ਪਾਲਣਗੇ। ਧੂੜ ਉਵੇਂ ਖਿੰਡ ਰਹੀ ਸੀ। ਪਿੰਡ ਦੀਆਂ ਪੱਕੀਆਂ ਗਲੀਆਂ ਵਿੱਚ ਫੌਜੀ ਦੀ ਇਕੱਲੀ ਵਿਸਾਖੀ ਡਮਰੂ ਵਾਂਗ ਖੜਕਦੀ, ਦੂਰ ਤੱਕ ਸੁਣਦੀ ਸੀ।